ਗੱਡੀ ਗੁੱਡੀ 'ਚ ਲੈ ਕੇ ਗਏ, ਫਿਰ ਕਦੇ ਉੱਧਰ ਲੈ ਜਾਓ ਕਦੇ ਉੱਧਰ ਲੈ ਜਾਓ, ਬਸ ਫਿਰ ਮੈਨੂੰ ਕੁਛ ਨਹੀਂ ਹਾਸਿਲ ਹੋਇਆ। ਮੈਨੂੰ ਕੁਛ ਨਹੀਂ ਹਾਸਿਲ ਹੋਇਆ ਪਤਾ। मैं आवाज़ा मारिया मेरी बेटी नूं चीनू चीनू चीनू, तो बाहर दरवाजा बंद सी। अंदर जाके देखा तो मेरी कुड़ी का कतल करके कोई चलिया गया। मेरी कुड़ी की उदों डैथ हो चुकी सी। मैं मतलब ठा के असीं गड्डी गुड्डी च लैके गए, गड्डी गुड्डी च लैके गए, फिर कदे उधर ले जाओ कदे उधर ले जाओ, बस फिर मैनू कुछ नहीं हासिल होया। मैनू कुछ नहीं हासिल होया पुत्ता। मेरा सोना पुत चलिया गया पुत्रा। बहुत औखा, बहुत अफसोस आ बेटी का। पर तुसीं जिवें गल करदे सी हैडफोन इत्थे रह गए 10 गई जी बहू मेरी गुड़िया नूं फोन आया सीगा, मेरी कुड़ी नूं फोन आया सीगा, मैनू कहंदी मम्मी भाभी दा फोन है, हैडफोन भुल गई। मैं कोई गल नहीं, हैडफोन फेर ले जूगी आके, कोई गल नहीं। तुसीं जदों चले गए तुहानूं दुबारा फोन करके दस्सिया बेटी ने? नहीं फोन तो 10 बजे हो गए ने, 12:30 बजे तो मतलब मैसेज आया सीगा। मैं उसकी चीज नूं पुछा किहदा मैसेज, कहंदी मम्मी भाभी दा मैसेज आया, वो इत्थे हैडफोन भुल गई। बस वो जान के भुल के गई है, पता नहीं क्यों आने के बहाना, मैनू ये बारे कुछ नहीं पता। बेटी की उम्र कितनी सी जी? और गुड़िया दी 9 ਦਾ ਕਿੰਨੀ 24 23 ਸਾਲ जी, 24वां साल 22 जुलाई ਨੂੰ ਲੱਗਣਾ ਸੀ ਉਹਨੂੰ। 23वां साल ਚੱਲਦਾ, 22 जुलाई ਨੂੰ 24वां साल शुरू होना। ਕੀ ਕਾਰਨ, ਕਿਉਂ ਇਸ ਦਾ ਕਤਲ ਕੀਤਾ ਗਿਆ? ਇਹਦਾ ਕੀ ਕਸੂਰ ਸੀਗਾ ਜੀ? ਕਿਉਂਕਿ ਮੇਰੀ ਸੈਕੰਡ ਮੈਰਿਜ ਸੀ, ਮੇਰੀ ਬੇਟੀ ਪਹਿਲਾਂ ਵਾਲੀ ਸੀਗੀ, ਛੋਟੇ ਬੱਚੀ ਸੀ ਮੇਰੀ 5 ਸਾਲ, ਮੇਰੀ ਸੈਕੰਡ ਮੈਰਿਜ ਹੋਈ ਜੀ। ਤੇ ਬੇਟਾ ਵੀ ਪਹਿਲਾਂ ਵਾਲਾ ਸੀ, ਤੇ ਮੇਰੀ ਬੇਟਾ ਪਹਿਲਾਂ ਵਾਲੀ ਸੀਗੀ। ਕਿਉਂਕਿ ਇਹ ਲੱਗਦੇ ਸੀ ਜਾਂ ਕੁਛ ਕਰਦੇ ਸੀ, ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ। ਉਹ ਜਾਂਦੀ ਨਹੀਂ ਸੀ, ਉੱਥੇ ਵੀ ਬੋਲੀ ਆ, ਕਹਿੰਦੀ ਆ ਕਿ ਇਹ ਬਾਪ ਇਹਦਾ ਹੀ ਸਾਰਾ ਕੁਛ ਬਣਾ ਰਿਹਾ, ਇਹਨੂੰ ਇਹ ਕਰ ਰਿਹਾ, ਉਹ ਕਰ ਰਿਹਾ, ਇਹ ਕਰ ਰਿਹਾ, ਵੀ ਸਾਨੂੰ ਕੁਛ ਨਹੀਂ ਕਰ ਰਿਹਾ। ਇਹ ਉੱਥੇ ਜਗਰਾਉਂ ਜਾ ਕੇ ਵੀ ਬੋਲੀ ਆ ਸਾਡੇ ਸਾਹਮਣੇ, ਵੀ ਇਹਦਾ ਹੀ ਸਾਰਾ ਕੁਛ ਕਰ ਰਿਹਾ, ਆਪਣੇ ਬੇਟੇ ਬਾਰੇ ਸੋਚਦਾ ਨਹੀਂ। ਅਸੀਂ ਸਾਰਾ ਕੁਛ ਪਾ ਕੇ ਦਿੱਤਾ, ਮਕਾਨ ਸਭ ਕੁਛ ਕਰਕੇ ਦਿੱਤਾ। ਯਾਨੀ ਜਿਹਨੂੰ ਬਲਵੀਰ ਕੌਰ ਦਾ ਸਾਰਾ ਕੁਝ ਬਣਾ ਕੇ ਦਿੱਤਾ, ਰਾਂਝਿਸ਼ ਰੱਖਦੀ ਸੀ? ਹਾਂਜੀ, ਰਾਂਝਿਸ਼ ਰੱਖਦੀ ਸੀ ਤੁਹਾਡੇ ਨਾਲ? ਰੰਜਿਸ਼ ਮਤਲਬ ਨਹੀਂ ਕੋਈ ਰੰਜਿਸ਼ ਨਹੀਂ ਲੱਗੀ। ਵੀ ਇਹਦਾ ਸਾਰਾ ਕੁਝ ਬਣਾ ਕੇ ਦਿੱਤਾ ਜਾ ਰਿਹਾ, ਸਾਨੂੰ ਕੁਝ ਦਿੱਤਾ ਨਹੀਂ ਜਾ ਰਿਹਾ। ਇਹ ਹੋ ਜਾਏਗਾ ਜਦੋਂ ਬੋਲੀ ਆ ਉੱਥੇ ਜਾ ਕੇ ਵੀ ਇਹਦਾ ਹੀ ਸਭ ਕੁਝ ਕਰ ਰਹੇ ਆ, ਦੂਜੀ ਆ ਇਹ ਸਾਡੀ ਹੈ ਨਹੀਂ ਜੀ, ਇਹ ਮੈਂ ਤੇਰੀ ਮਾਤਾ ਮਾਂ ਦਾ ਸਾਡਾ ਬੱਚਾ ਨਹੀਂ, ਐਸੀ ਕਰਕੇ ਉਹ ਬੋਲੀ ਆ, ਕਹਿੰਦੀ ਸਾਡਾ ਕੁਝ ਕਰ ਨਹੀਂ ਰਹੇ, ਇਹਦੇ ਕੀਤਾ ਸਾਰਾ ਕੁਝ। ਸੁਣਨ 'ਚ ਆਇਆ ਕੁੜੀ ਨੇ ਵਿਦੇਸ਼ ਵੀ ਜਾਣਾ ਸੀ, ਕੀ ਵਿਦੇਸ਼ ਕਦੋਂ ਜਾਣਾ ਸੀਗਾ ਜੀ? ਕੋਈ ਆਈਲੈਟਸ ਵਗੈਰਾ ਕੀਤਾ ਸੀ ਜਾਂ ਕਿਸ ਤਰ੍ਹਾਂ ਸੀ? ਆਈਲੈਂਡ 'ਚ ਕੀਤਾ ਸੀਗਾ, ਘੱਟ ਬੈਂਡ ਆਏ ਸੀਗੇ। ਅਸੀਂ ਫਿਰ ਹੁਣ ਵੀ ਤਿਆਰੀ ਕਰ ਰਹੇ ਸੀ, ਉਹ ਤਾਂ ਸਾਡਾ ਪਲਾਨ ਹੀ ਸੀ ਵੀ ਅਸੀਂ ਬਾਹਰ ਭੇਜਣਾ ਹੀ ਆ ਬੱਚੇ ਨੂੰ। ਉਹ ਤਾਂ ਸਾਡਾ ਹੈਗਾ ਹੀ ਸੀ ਵੀ ਅਸੀਂ ਜਦ ਭੇਜਣਾ ਹੀ ਆ ਕੁੜੀ। ਉਹਦੀ ਸਾਰੀਆਂ ਡਿਗਰੀਜ਼ ਵਗੈਰਾ ਸਾਰਾ ਕੁਝ ਆ ਗਿਆ ਸੀਗਾ, BA BEd ਵਗੈਰਾ ਸਾਰਾ ਕੁਝ ਕੀਤੀ ਸੀ ਉਹਨੇ, ਪਾਰਲਰ ਕੀਤਾ, ਸਾਰਾ ਕੁਝ ਕੀਤਾ ਸੀ। ਅਸੀਂ ਫਿਰ ਅਸੀਂ ਵੀ ਕਾਗਜ਼ ਪੱਤਰ ਦੀ ਮਤਲਬ ਤਿਆਰੀ ਕਰ ਰਹੇ ਸੀ, ਸਾਡੀ ਰੈਡੀ ਹੋ ਰਹੇ ਸੀ ਸਭ ਕੁਝ। ਸਟੱਡੀ ਵੀਜ਼ਾ ਕਰਕੇ ਬਾਹਰ ਪੜ੍ਹਨਾ ਸੀ ਬੱਚੇ ਨੇ ਜਾ ਕੇ, ਅਸੀਂ ਸਟੱਡੀ ਵੀਜ਼ੇ 'ਤੇ ਭੇਜਣਾ ਸੀ ਬੱਚੇ ਨੂੰ। ਹਾਲੇ ਤਿਆਰੀ ਕਰ ਰਹੇ ਸੀ, ਤਿਆਰੀ ਹੋਈ ਨਹੀਂ ਸੀ ਪੂਰੀ? ਬਸ ਤਿਆਰੀ ਹੋਈ ਸੀਗੀ ਜੀ, ਬਸ ਸਾਡੀ ਹੁਣ ਜਦੋਂ ਲਾਕਡਾਊਨ ਤੋਂ ਬਾਅਦ
ਲੜਕੇ ਦਾ ਲੈਟਰ ਆ ਗਿਆ ਸੀ ਜਿਸ ਦੇ ਨਾਲ ਤਾਂ ਸਾਡਾ ਇਸ ਲੜਕੀ ਦੇ ਫਾਦਰ ਜੋ ਲੰਮਾ ਸਮਾਂ ਭਾਰਤੀ ਫੌਜ 'ਚ ਰਹੇ ਨੇ, ਕੈਪਟਨ ਰਹੇ ਨੇ, ਕੈਪਟਨ ਸਾਹਿਬ ਵੀ ਜਿਹੜਾ ਭਾਰਤੀ ਫੌਜ ਦੇ ਵਿੱਚ ਨੇ ਲੰਮਾ ਸਮਾਂ ਸੇਵਾਵਾਂ ਨਿਭਾਈਆਂ, ਪਰ ਆਪਣੇ ਘਰ ਦੀ ਧੀ ਨਹੀਂ ਬਚਾ ਸਕੇ। ਬੇਸ਼ੱਕ ਸਾਡੀਆਂ ਹੱਦਾਂ ਸਰਹੱਦਾਂ ਤੇ ਸਾਡੇ ਦੇਸ਼ ਲਈ ਰਾਖੀ ਕੀਤੀ। ਬਹੁਤ ਦੁੱਖ ਹੈ ਜੀ ਅੰਕਲ ਜੀ, ਬਹੁਤ ਅਫਸੋਸ ਹੈ। ਧੀ ਨੂੰ ਵਾਪਸ ਨਹੀਂ ਕਿਤੇ ਵੀ ਮੁੜਿਆ ਜਾ ਸਕਦਾ, ਪਰ ਐਡਾ ਵੱਡਾ ਜਿਹੜਾ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ। ਵੱਡਾ ਕੁਝ ਕਿਹਾ ਨਹੀਂ ਜਾ ਸਕਦਾ, ਸਾਡੇ ਕੋਲ ਸ਼ਬਦ ਨਹੀਂ। ਪਰ ਕੀ ਕਾਰਨ ਕੀ ਹੋ ਸਕਦਾ? ਤੁਸੀਂ ਹਿੱਸਾ ਨਹੀਂ ਦਿੱਤਾ ਉਹਨਾਂ ਨੂੰ, ਜਾਂ ਬਣਦਾ ਮਾਣ ਨਹੀਂ ਦਿੱਤਾ? ਦੇਖੋ ਜੀ, ਸਭ ਕੁਝ ਦਿੱਤਾ ਹੈ। ਅਸੀਂ ਜਿਸ ਸਮੇਂ ਇਹਨਾਂ ਨੇ ਅਲੱਗ ਹੋਣ ਦਾ ਨਾਟਕ ਰਚਿਆ, ਉਸ ਸਮੇਂ ਪੰਚਾਇਤਾਂ ਆਈਆਂ, ਥਾਣੇ ਤੇ ਲੋਕ ਵੀ ਆਏ, ਔਰ ਉਸ ਸਮੇਂ ਅਸੀਂ ਇਹਨਾਂ ਨੂੰ ਸਭ ਕੁਝ ਵੰਡ ਕੇ ਦੇ ਦਿੱਤਾ। ਵੰਡ ਕੇ ਕੀ ਦਿੱਤਾ? ਮੇਰੇ ਬਾਪ ਦੀ ਜੋ ਜਾਇਦਾਦ ਹੈ, ਇਹ ਜੋ ਜਗ੍ਹਾ ਹੈ ਅਸੀਂ ਆਪਣੀ ਆਪ ਖਰੀਦੀ ਹੋਈ ਹੈ। ਜੋ ਮੇਰੇ ਬਾਪ ਦੀ ਜਗ੍ਹਾ ਸੀਗੀ, ਉੱਥੇ ਅਸੀਂ ਇਸ ਨੂੰ 2 ਕਮਰੇ, ਲੈਂਟਰ ਤੇ ਰਸੋਈ, ਲੈਂਟਰ ਤੇ ਬਾਥਰੂਮ, ਲੈਟਰਿੰਗ ਬਣਾ ਕੇ ਸਭ ਕੁਝ ਅਲੱਗ ਬਣਾ ਕੇ ਦਿੱਤਾ। ਹੋਰ ਇਸ ਸੇ ਜ਼ਿਆਦਾ ਕੀ ਬਣਾ ਕੇ ਦਈਏ ਆਪਣੀ ਔਲਾਦ ਵਾਸਤੇ? ਅੱਗੇ ਕੰਮ ਕਰਨਾ ਤਾਂ ਉਹਨਾਂ ਦਾ ਫਰਜ਼ ਹੈ। ਅਸੀਂ ਸਾਰੀ ਜ਼ਿੰਦਗੀ ਆਪਣੀ ਦੇਸ਼ ਦੀ ਖਾਤਰ ਲਾ ਲਈ ਕਿ ਇਹ ਆਪਣੇ ਵਾਸਤੇ ਨਹੀਂ ਕੁਝ ਕਰ ਸਕਦੀ ਔਲਾਦ। ਪਰ ਐਡਾ ਵੱਡਾ ਕਦਮ ਚੁੱਕਣਾ ਬਹੁਤ ਔਖਾ ਹੋ ਜਾਂਦਾ ਹੈ। ਕਿਉਂ? ਲੰਮੇ ਸਮੇਂ ਤੋਂ ਬੇਟੀ ਤੁਹਾਡੇ ਨਾਲ ਰਹਿ ਰਹੀ ਹੈ, ਤੁਹਾਡੀ ਵਾਈਫ ਰਹਿ ਰਹੀ ਹੈ। ਜੇ ਇੱਦਾਂ ਦਾ ਕੋਈ ਸਟੈਪ ਉਹਨਾਂ ਨੇ ਚੱਕਣਾ ਹੁੰਦਾ ਤਾਂ ਪਹਿਲਾਂ ਹੀ ਚੱਕ ਲੈਂਦੇ ਜੀ। ਹੁਣ ਕੀ ਅਚਨਚੇਤ ਕੀ ਆਇਆ ਦਿਮਾਗ ਦੇ ਵਿੱਚ? ਐਸਾ ਜੀ ਕੁਛ ਨਹੀਂ ਹੈ ਕਿ ਪਹਿਲਾਂ ਚੱਕ ਲੈਂਦੇ। ਮੇਰੇ ਛੋਟਾ ਬ੍ਰਦਰ ਸੀ, ਉਹਨਾਂ ਦੀ ਡੈਥ ਹੋ ਗਈ ਸੀ, ਸਾਲ ਡੇਢ ਹੋ ਗਿਆ। ਉਸ ਸੇ ਪਹਿਲੇ ਅਸੀਂ ਸਾਡਾ ਉਹਨਾਂ ਦੇ ਨਾਲ ਆਣੀ ਜਾਣੀ ਬਿਲਕੁਲ ਬੰਦ ਸੀ। ਔਰ ਜਬ ਮੇਰੇ ਬ੍ਰਦਰ ਦੀ ਛੋਟੇ ਦੀ ਡੈਥ ਹੋਈ ਤਾਂ ਉसी ਸਮੇਂ ਤੋਂ ਇਹ ਸਾਡੇ ਨਾਲ ਫਿਰ ਦੁਬਾਰਾ ਸਾਨੂੰ ਆਪਸ ਵਿੱਚ ਮਤਲਬ ਪਰਮਾਤਮਾ ਨੇ ਬੋਲੋ ਚਾਹੇ ਕਿਸੇ ਨੇ ਬੋਲੋ ਕਿ ਵੀ ਸਾਨੂੰ ਥੋੜ੍ਹਾ ਜਿਹਾ ਇਹ ਹੋਇਆ, ਸਾਡਾ ਮਿਲਾਪ ਹੋ ਗਿਆ। ਮਿਲਾਪ ਹੋਣ ਦੇ ਬਾਅਦ ਇਹ ਵੀ ਆਉਂਦੇ ਜਾਂਦੇ ਰਹੇ, ਦੂਏ ਦਿਨ, ਚੌਥੇ ਦਿਨ, 15 ਦਿਨਾਂ, ਮਹੀਨੇ ਬਾਅਦ ਕਦੇ ਵੀ ਆਉਂਦੇ ਰਹੇ ਆ ਤਾਂ ਅਸੀਂ ਵੀ ਜਾਂਦੇ ਰਹੇ। ਕੋਈ ਇਹੋ ਜਿਹੀ ਗੱਲ ਨਹੀਂ ਸੀ। ਹੁਣ ਵੀ ਜਿਸ ਦਿਨ ਇਹ ਕਾਂਡ ਹੋਇਆ ਉਸ ਦਿਨ ਵੀ ਸਾਡੇ ਕੋਲੇ ਇੱਕ ਦਿਨ ਪਹਿਲਾਂ ਆਏ ਹੋਏ ਸੀ। ਸਾਨੂੰ ਇਸ ਬਾਰੇ ਮੈਂ ਬਿਲਕੁਲ ਕੋਈ ਇੱਕ ਰੱਤੀ ਭਰ ਦਾ ਵੀ ਖਿਆਲ ਨਹੀਂ ਸੀ ਕਿ ਵੀ ਇਹ ਕੰਮ ਸਾਡੇ ਨਾਲ ਹੋ ਸਕਦਾ ਹੈ। ਔਰ ਉਹ ਤਾਂ ਪਰਮਾਤਮਾ ਹੀ ਜਾਣਦਾ ਇਹਨਾਂ ਦੇ ਮਨਾਂ ਦੇ ਵਿੱਚ ਕੀ ਸੀਗੀਆਂ ਜਾਂ ਕੀ ਨਹੀਂ। ਪਰ ਜਿਸ ਸਮੇਂ ਅਸੀਂ ਆਪਣੀ ਸਾਲੀ ਦੇ ਕੋਲੋਂ ਮਿਲ ਕੇ ਆਏ, ਆਉਣੇ ਤੋਂ ਬਾਅਦ ਜਦ ਅਸੀਂ ਘਰੇ ਜੋ ਕੰਡੀਸ਼ਨ ਦੇਖੀ ਬੱਚੇ ਦੀ, ਤੇ ਸਾਡਾ ਕੋਈ ਜੀਣੇ ਦਾ ਕਿਸ ਤਰ੍ਹਾਂ ਦੇ ਹਾਲਾਤ ਸੀ ਬੱਚੀ ਦੇ? ਕਿਸ ਤਰ੍ਹਾਂ ਜਿਹੜਾ ਮਾਰਿਆ ਗਿਆ ਬੱਚੀ ਨਾਲ? ਕਿਸ ਤਰ੍ਹਾਂ? ਬੱਚੀ ਦੇ ਮੂੰਹ ਤੇ ਵੀ ਸੱਟਾਂ ਪਈਆਂ ਹੋਈਆਂ, ਗਲੇ ਦੇ ਵਿੱਚ ਚੁੰਨੀ ਪਾ ਕੇ ਘੁੱਟਿਆ ਹੋਇਆ, ਗਲ ਘੁੱਟਿਆ ਚੰਗੀ ਤਰ੍ਹਾਂ। ਬਾਕੀ ਉਸ ਨੂੰ ਬਾਹਰ ਘੜੀਸ ਕੇ ਲਿਜਾਣੇ ਦੀ ਵੀ ਕੋਸ਼ਿਸ਼ ਕੀਤੀ ਸੀ ਉਹਨੇ, ਪਰ ਉਹ ਬਾਹਰ ਨਹੀਂ ਲਿਜਾ ਸਕੀ। ਔਰ ਉਸ ਸਮੇਂ ਬੱਚੀ ਦੇ ਕੱਪੜੇ ਵੀ ਅੱਧ ਢਕੇ ਹੋਏ ਸੀਗੇ। ਪਹਿਲਾਂ ਇਸਨੇ ਮਿਸੇਜ ਨੇ ਥੋੜ੍ਹਾ ਉਹ ਕੱਪੜਿਆਂ ਨੂੰ ਸਹੀ ਕੀਤਾ। ਉਸ ਤੋਂ ਬਾਅਦ ਅਸੀਂ ਰੌਲਾ ਪਾਉਣ ਲੱਗੇ, ਹੱਲਾ ਹੋ ਗਿਆ ਕਿ ਵੀ ਪੱਟੇ ਗਏ, ਲੁੱਟੇ ਗਏ। ਤਦ ਸਾਡੇ ਗੁਆਂਢੀ ਆਏ, ਗੁਆਂਢੀਆਂ ਨੇ ਸਾਡੀ ਮਦਦ ਕੀਤੀ, ਆਸ ਗੁਆਂਢ ਦੇ ਸਾਰੇ। ਅਸੀਂ ਗੁੱਡੀ ਨੂੰ ਉਠਾ ਕੇ ਪ੍ਰੇਮਜੀਤ ਮੈਮੋਰੀਅਲ ਆਪਣੇ ਹੌਸਪੀਟਲ ਲੈ ਕੇ ਗਏ। ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਕਿ ਡਾਕਟਰ ਸਾਹਿਬ ਅੱਜ ਇੱਥੇ ਨਹੀਂ ਹੈ, ਤੁਸੀਂ ਰਾਏਕੋਟ ਲੈ ਕੇ ਜਾਓ। ਉਸ ਤੋਂ ਬਾਅਦ ਅਸੀਂ ਰਾਏਕੋਟ ਲੈ ਕੇ ਚਲੇ ਗਏ। ਰਾਏਕੋਟ ਲਿਜਾਣੇ ਤੋਂ ਬਾਅਦ ਜਦ ਅਸੀਂ ਉਸ ਨੂੰ ਡੈਥ ਕਲੀਅਰ ਕਰਤਾ ਤੇ ਅਸੀਂ ਘਰ ਵਾਪਸ ਲੈ ਕੇ ਆਏ। ਤਬ ਤੱਕ ਬਹੁਤ ਦੂਰ ਤੱਕ ਗੱਲਾਂ ਫੈਲ ਚੁੱਕੀਆਂ ਸਨ। ਜਦੋਂ ਜੀ ਤੁਹਾਡੇ ਕੋਲ ਨੂੰਹ ਆਈ ਆ ਹੈ ਨਾ ਜੀ, ਇੱਥੇ ਇੱਕ ਦਿਨ ਪਹਿਲਾਂ ਆਏ ਆ, ਰਹੇ ਆ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ? ਤੁਹਾਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਇਸ ਧੀ ਨੂੰ ਮਾਰ ਮੁਕਾ ਸਕਦੇ ਆ, ਇਸ ਇਲਜ਼ਾਮ ਤੱਕ ਪਹੁੰਚ ਸਕਦੇ? ਜਦੋਂ ਉਹ ਆਏ ਸੀ ਸਾਡੇ ਘਰੇ, ਮਤਲਬ ਉਹਦਾ ਬਿਹੇਵ ਤਾਂ ਮਤਲਬ ਵਧੀਆ ਸੀ, ਬਿਹੇਵ ਸਾਡੇ ਨਾਲ ਕੋਈ ਇਹੋ ਜਿਹੀ ਗੱਲ ਨਹੀਂ, ਮਤਲਬ ਖਾਧਾ ਪੀਤਾ। ਪਰ ਜਦੋਂ ਉਹ ਸੁਬਾਹ ਜਾਣ ਲੱਗੇ ਸੀਗੇ
ਤੇ ਉਦੋਂ ਮੈਨੂੰ ਮਤਲਬ ਥੋੜਾ ਮੈਨੂੰ ਇਹ ਲੱਗਿਆ ਵੀ ਮੁੰਡਾ ਪਹਿਲਾਂ ਬਾਹਰ ਗਿਆ ਸੀ, ਉਹਦੇ ਕੋਲ ਪੈਸਾ ਪੂਸਾ ਨਹੀਂ, ਨਾ ਕੋਈ ਅਜਿਹੀ ਪ੍ਰੋਬਲਮ ਹੋਣੀ ਆ। ਤੇ ਮਤਲਬ ਉਹ ਜਦੋਂ ਗਈ ਆ ਸਾਡੇ ਕੋਲ, ਉਹ ਜ਼ਿਆਦਾ ਖੁਸ਼ ਨਹੀਂ ਸੀ। ਮੈਂ ਪਹਿਲਾਂ ਮਿਲ ਕੇ ਜਾ ਰਹੀ ਆ ਜਾਂ ਵੀ ਮੈਂ ਕੋਈ ਕੀਤਾ, ਜਦੋਂ ਮੈਨੂੰ ਫੋਨ ਆਇਆ, ਉਹ ਮੇਰੇ ਪਿੱਛੇ ਆ ਕੇ ਉਹਨੇ ਮੇਰੀ ਗੱਲ ਸੁਣੀ। ਫਿਰ ਮੈਨੂੰ ਪੁੱਛਿਆ ਤੁਸੀਂ ਕਦੋਂ ਜਾ ਰਹੇ ਹੋ? ਮੈਂ ਕਿਹਾ ਵੀ ਧੁੱਪ ਬਹੁਤ ਆ, ਮੈਂ ਕਿਹਾ ਵੀ ਅਸੀਂ ਤਾਂ ਦੁਪਹਿਰ ਤੋਂ ਬਾਅਦ ਜਾਵਾਂਗੇ। ਹਾਂ, ਇੱਕ ਵਿਅਕਤੀ ਹੋਰ ਦੱਸਿਆ ਜਾ ਰਿਹਾ ਨਾਲ, ਕੌਣ ਸੀ ਜੀ? ਉਹਦਾ ਮਤਲਬ ਜੋ ਫਰੈਂਡ ਆ, ਮਤਲਬ ਬੰਦਾ ਰੱਖਿਆ ਉਹਨੇ ਐਕਸਟਰਾ, ਜਸਟਵਾਲ ਦਾ ਮੁੰਡਾ ਵਾ, ਨਾਮ ਉਹ ਚਰਨਜੀਤ ਦੇ ਰਹੇ ਸਾਨੂੰ, ਹੁਣ ਰਿਪੋਰਟਾਂ 'ਚ ਆ ਰਹੀਆਂ। ਇਹ ਮੁੰਡਾ ਤੇ ਤਾਂ ਜਦੋਂ ਮੁੰਡਾ ਬਾਹਰ ਚਲੇ ਗਿਆ, ਮੁੰਡਾ ਉਦੋਂ ਦਾ ਹੀ ਰੱਖਿਆ ਜਾਨੇ। ਤੁਹਾਡਾ ਬੇਟਾ ਬਾਹਰ ਚਲਾ ਗਿਆ, ਉਦੋਂ ਤੋਂ ਇਹ ਮੁੰਡਾ ਨਾਲ ਰਹਿ ਰਿਹਾ? ਹਾਂਜੀ, ਇਹਨੇ ਵੀ ਮੈਨੂੰ ਉਹ ਬਹੂ ਨੇ ਆਪ ਦੱਸਿਆ, ਕਹਿੰਦੀ ਇਹਨੇ ਕਿਸੇ ਨੇ ਦੱਸਿਆ ਸਾਨੂੰ ਵੀ ਇਹ ਨਾਲ ਜਾਣਾ ਸੀ। ਇਹ ਬਹੂ ਨੇ ਇਹਨੂੰ ਨਾਲ ਨਹੀਂ ਜਾਣ ਦਿੱਤਾ ਤੇ ਉਹ ਬਾਹਰ ਚਲਿਆ ਗਿਆ। ਫਿਰ ਉਸ ਤੋਂ ਬਾਅਦ ਹਿੱਸਵਾਲ ਦੇ ਵਿੱਚ ਇਹ ਰੋਜ਼ ਆਉਂਦਾ ਜਾਂਦਾ ਰਿਹਾ ਮੁੰਡਾ। ਮਤਲਬ ਅਸੀਂ ਜਦ ਸਾਡਾ ਇੱਥੋਂ ਫੈਸਲਾ ਹੋਇਆ ਸੀ, ਅਸੀਂ 5 ਸਾਲ ਉੱਥੇ ਨਹੀਂ ਗਏ। ਅਸੀਂ ਸਾਡਾ ਲੈਣ ਦੇਣ ਸਾਰਾ ਕੁਝ ਖਤਮ। ਮੇਰੇ ਦਿਓਰ ਦੀ ਡੈਥ ਹੋਈ, ਉਹਦੇ ਨਾਲ ਘਰ ਆਏ ਰਹੇ ਮਤਲਬ ਥੋੜ੍ਹਾ ਬਹੁਤ ਸਾਡਾ ਇੱਕਣ ਹੋ ਗਿਆ। ਪਰ ਜਦੋਂ ਮੰਨ ਲਓ ਇਹ ਸਾਰਾ ਕੰਮ ਹੋਇਆ, ਧੀ ਨੂੰ ਮਾਰਿਆ ਗਿਆ, ਇਸ ਤੋਂ ਬਾਅਦ ਕੀ ਘਰ ਦੇ ਸਮਾਨ ਦੀ ਵੀ ਕੋਈ ਹਲਚਲ ਹੋਈ ਜੀ? ਹਾਂਜੀ, ਦੇਖੋ ਤੁਸੀਂ ਅੰਦਰ ਜਾ ਕੇ ਕਮਰਾ, ਕੱਪੜੇ ਵੀ ਉਵੇਂ ਨੇ, ਲਵਾਰੀ ਵੀ ਉਵੇਂ ਆ। ਜਿਹੜੇ ਲੋਕਰ 'ਚ ਮਤਲਬ ਮੇਰੇ ਡਾਕੂਮੈਂਟਸ ਪਏ ਸੀ, ਜੋ ਵੀ ਮੇਰਾ ਜੁਐਲਰੀ ਵਗੈਰਾ ਸੀ, ਉਹ ਮੇਰੀ ਗੁੜੀਆਂ ਨੂੰ ਨਹੀਂ ਸੀ ਪਤਾ। ਤੇ ਮਤਲਬ ਉਹਨੇ ਚਾਬੀ ਚੂਬੀ ਕਿਤੋਂ ਲੱਭਿਆ, ਕੀ ਕੀਤਾ, ਮੇਰੀ ਗੁੜੀਆਂ ਨੂੰ ਪੁੱਛਿਆ ਹੋਊਗਾ ਜਾਂ ਕੁੱਟਿਆ ਮਾਰਾ, ਕੁੱਟ ਮਾਰ ਕੇ ਉਹੀ ਮਾਰਿਆ, ਕਿਉਂਕਿ ਮੇਰੀ ਗੁੜੀਆਂ ਨੂੰ ਚਾਬੀ ਦਾ ਪਤਾ ਨਹੀਂ ਸੀ। ਕਿਉਂਕਿ ਚਾਬੀ ਉਹਨੇ ਆਪ ਹੀ ਲੱਭੀ, ਕੀ ਕੀਤਾ ਮੇਰੀ ਗੁੜੀਆਂ ਨੂੰ ਤਾਂ ਲੋਕਰ ਦਾ ਵੀ ਪਤਾ ਨਹੀਂ ਸੀਗਾ। ਅੰਕਲ ਜੀ, ਫਿਰ ਕਿਸ ਤਰ੍ਹਾਂ ਪਤਾ ਲੱਗਿਆ ਫੜੇ ਗਏ? ਨੂੰਹ ਤੁਹਾਡੀ ਫੜੀ ਗਈ, ਇੱਕ ਨਾਲ ਵਿਅਕਤੀ ਹੋਰ ਫੜਿਆ ਪੁਲਿਸ ਨੇ, ਸ਼ਨਾਖਤ ਕਿਸ ਤਰ੍ਹਾਂ ਹੋਈ? ਕਿਸ ਤਰ੍ਹਾਂ ਪਤਾ ਲੱਗਿਆ ਕਿ ਉਹਨਾਂ ਨੇ ਇਹ ਕੰਮ ਕੀਤਾ, ਇਸ ਘਟਨਾ ਨੂੰ ਅੰਜਾਮ ਦਿੱਤਾ? ਦੇਖੋ ਜੀ, ਪੁਲਿਸ ਨੇ ਆਉਣੇ ਤੋਂ ਬਾਅਦ ਆਸਤੇ ਆਸਤੇ ਪਹਿਲਾਂ ਸਾਡੇ ਘਰ ਤੋਂ ਕੰਮ ਸ਼ੁਰੂ ਹੋਇਆ, ਦੇਖਣੇ ਤੋਂ ਬਾਅਦ ਫਿਰ ਇਹ ਰੋਡ ਦਾ ਨਿਰੀਖਣ ਕੀਤਾ। ਉਹਨਾਂ ਨੇ ਕੈਮਰੇ ਲੱਗੇ ਹੋਏ, ਕੈਮਰੇ ਦੇ ਵਿੱਚ ਉਹਨਾਂ ਨੇ ਫੋਟੋ ਪਕੜੀ। ਫਿਰ ਸਾਡੇ ਇਸ ਪੂਰੇ ਏਰੀਏ ਦੇ ਕੈਮਰੇ ਖੰਗਾਲੇ ਗਏ, ਜਿਹਦੇ ਵਿੱਚੋਂ ਉਹਨਾਂ ਨੂੰ ਬਹੁਤ ਵੱਡਾ ਇੱਕ ਸੁਰਾਗ ਮਿਲਿਆ, ਜਿਸ ਦੀ ਮਦਦ ਨਾਲ ਉਹ ਲੋਕ ਪਕੜੇ ਗਏ। ਤੁਹਾਨੂੰ ਲੱਗਦਾ ਸੀ ਕਿ ਤੁਹਾਡੀ ਨੂੰਹ ਇਸ ਤਰ੍ਹਾਂ ਤੁਹਾਡੇ ਘਰ 'ਚ ਰਹਿਣ ਵਾਲੀ, ਤੁਹਾਡੀ ਜਿਹੜੇ ਪੁੱਤਰ ਦੀ ਜਿਹੜੀ ਵਾਈਫ ਸੀ, ਉਹਨੂੰ ਵਿਆਹ ਕੇ ਲਿਆਂਦਾ, ਇਸ ਘਰ 'ਚ ਰੱਖਿਆ, ਲੰਮਾ ਸਮਾਂ ਰਿਹਾ, ਘਰ ਬਣਾ ਕੇ ਦਿੱਤਾ, ਇਸ ਤਰ੍ਹਾਂ ਕਰ ਸਕਦੀ ਹੈ? ਜਦ ਤੱਕ ਇਹ ਕੇਸ ਦੀ ਕੋਈ ਤਹਿ ਤੱਕ ਨਹੀਂ ਗਏ, ਤਦ ਤੱਕ ਸਾਨੂੰ ਇਸ ਬਾਰੇ ਮੈਂ ਬਿਲਕੁਲ ਪਤਾ ਨਹੀਂ ਸੀ ਕਿ ਵੀ ਸਾਡੇ ਘਰ ਦੇ ਅੰਦਰ ਹੀ ਸਾਡਾ ਹੈ। ਲੇਕਿਨ ਅਸੀਂ ਜ਼ਰੂਰ ਇਹ ਕਹਿੰਦੇ ਸੀ ਵੀ ਇਹ ਕੋਈ ਭੇਦੀ ਆਦਮੀ ਦਾ, ਭੇਤੀ ਜੋ ਆਦਮੀ ਹੈ ਉਸੀ ਦਾ ਕੰਮ ਹੈ। ਤੁਸੀਂ ਆਏ, ਬੇਟੀ ਨੂੰ ਚੱਕਿਆ, ਹਸਪੀਟਲ ਲੈ ਗਏ, ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰਤਾ ਕਿ ਮੌਤ ਹੋ ਚੁੱਕੀ ਆ। ਇਸ ਤੋਂ ਬਾਅਦ ਅੰਤਮ ਸੰਸਕਾਰ ਵੀ ਹੋਇਆ। ਕਿ ਉਹ ਆਈ ਵਿੱਚ ਨਾਲ ਰਹੀ ਤੁਹਾਡੇ ਕਿ ਨਹੀਂ? जिस समय अंतिम संस्कार आया उस समय वो बिल्कुल साथ थी। ये लड़का भी था, बस पूरा साथ तक रही है। शाम ਨੂੰ ਜਦ ਸੰਸਕਾਰ ਕਰਨੇ ਤੋਂ ਬਾਅਦ ਸ਼ਾਮ ਨੂੰ ਸਾਨੂੰ ਤਕਰੀਬਨ 7:30-8 ਵਜੇ ਸੁਨੇਹਾ ਮਿਲਿਆ ਕਿ ਵੀ ਤੁਸੀਂ ਥਾਣੇ ਜਾਣਾ, ਤੁਹਾਡੇ ਨਜ਼ਦੀਕੀ ਰਿਸ਼ਤੇਦਾਰ ਕੌਣ ਆ? ਮੈਂ ਕਿਹਾ 2 ਸਿਸਟਰ ਹੈ, ਇੱਕ ਬੇਟੀ ਹੈ, ਇੱਕ ਲੜਕਾ ਔਰ ਉਸकी ਵਾਈਫ ਆ। ਕਹਿੰਦਾ ਵੀ ਤੁਸੀਂ ਉੱਥੇ ਥਾਣੇ ਆਉਣਾ, ਥੋੜ੍ਹਾ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਅਸੀਂ ਗਏ, ਥਾਣੇ ਗਏ, ਅਸੀਂ ਇਸ ਤਰ੍ਹਾਂ ਜਾ ਕੇ ਆ ਗਏ। ये थोड़ा बाद में गए। बाद में जाने तो बाद इन्होंने अपना रास्ते दे विच ही ये जद तक पूरा इन्हों अपने कब्जे ਵਿੱਚ ਲੈ ਲਿਆ ਪ੍ਰਸ਼ਾਸਨ ਨੇ। ਤੁਹਾਨੂੰ ਲੱਗਦਾ ਹੈ ਕਿ ਇਸ ਪਿੱਛੇ ਕਿਸੇ ਹੋਰ ਦਾ ਵੀ ਹੱਥ ਹੋ ਸਕਦਾ ਹੈ ਜਾਂ ਇਹ ਇਕੱਲਿਆਂ ਨੇ ਐਡਾ ਵੱਡਾ ਕੰਮ ਕੀਤਾ ਹੋ ਸਕਦਾ ਹੈ? ਹੁਣ ਤਾਂ ਦੇਖੋ ਜੀ, ਜਿਹੜਾ ਵੀਡੀਓ ਵਗੈਰਾ ਵਾ ਉਹਨਾਂ ਤੋਂ ਸਾਫ਼ ਹੋ ਹੀ ਗਿਆ। ਅਸੀਂ ਕਹਾਂਗੇ ਕਿ ਕਿਹਦਾ ਹੱਥ ਹੋ ਸਕਦਾ, ਸਾਨੂੰ ਤਾਂ ਖੁਦ ਨੂੰ ਵੀ ਪਤਾ ਨਹੀਂ ਸੀਗਾ ਬਹੂ ਦਾ ਵੀ ਹੱਥ ਹੋ ਸਕਦਾ। ਇਹ ਤਾਂ ਜੋ ਕੈਮਰੇ ਕੱਢੇ ਗਏ ਨੇ, ਜੋ ਵੀ ਕੀਤਾ, ਹੁਣ ਤਾਂ ਉਹਨਾਂ ਨੇ ਸਾਨੂੰ ਕੀ ਕੀਤਾ। ਜਦ ਤੱਕ ਸਾਨੂੰ ਪਤਾ ਲੱਗਿਆ ਅਸੀਂ ਬੇਟੀ ਦਾ ਸਭ ਕੁਝ ਕੀਤਾ, ਅਸੀਂ ਕਿਸੇ ਨੂੰ ਕੀ ਕਹਿ ਦਿੰਦੇ ਵੀ ਕਿਹਨੇ ਕੀਤਾ, ਅਸੀਂ ਤਾਂ ਅੰਧੇ ਸੀ, ਸਾਨੂੰ ਕੋਈ ਪਤਾ ਨਹੀਂ ਸੀ। ਕਿ ਕੈਮਰਿਆਂ 'ਚ ਨਾ ਆਉਂਦੇ ਕਿ ਤੁਹਾਨੂੰ ਪਤਾ ਨਹੀਂ ਲੱਗਣਾ ਸੀ ਵੀ ਕੀ ਹੋਇਆ, ਕੌਣ ਕਰ ਗਿਆ ਇਹ ਸਾਰਾ ਕੁਝ? ਦੇਖੋ ਜੀ, ਜਦੋਂ ਸੈਕੰਡ ਮੈਰਿਜ ਹੁੰਦੀ ਆ, ਬੱਚਾ ਪਹਿਲਾਂ ਵਾਲਾ ਹੋਵੇ ਜਾਂ ਦੂਜਾ ਵਾਲਾ ਹੋਵੇ, ਹੈ ਨਾ, ਉਹਦੇ ਵਿੱਚ ਫਿਰ ਹੁਣ ਮੈਨੂੰ ਤਾਂ ਜਿਹੜੇ ਇਹਨਾਂ ਦੇ ਬੱਚੇ ਨੇ, ਫਿਰ ਮੈਨੂੰ ਡਾਊਟ ਤਾਂ ਉਹਨਾਂ 'ਤੇ ਹੀ ਹੋਣਾ ਸੀ। ਜਦੋਂ ਸਾਡੇ ਪਹਿਲੇ 2 ਵਾਰੀ ਪੁਲਿਸ ਆਈਆਂ, ਬੋਲ ਕੇ ਗਈਆਂ, ਇਹ ਕੀਤਾ ਉਹ ਕੀਤਾ। ਪਹਿਲਾਂ ਵੀ ਤੁਹਾਡੇ ਨਾਲ ਜਾਨੀ ਇਸ ਤਰ੍ਹਾਂ ਜਿਹੜੇ ਲੜਾਈ ਝਗੜਾ ਕਰਦੇ ਰਹਿੰਦੇ ਸੀ? ਹਾਂ, ਲੜਾਈ ਝਗੜਾ ਮਤਲਬ ਪੰਚਾਇਤੀ ਆਏ, ਸਾਡੇ ਪੰਚਾਇਤੀ ਮੈਂਬਰ ਆਏ, ਪੁਲਿਸਾਂ ਲੈ ਕੇ ਆਈ, ਉਦੋਂ ਅਸੀਂ ਕਿਤੇ ਘਰੇ ਪੈਂਦੇ ਰਹੇ ਹਾਂ। ਮਤਲਬ ਇੱਕ ਹੋਰ ਮੇਰੀ ਬੇਟੀ ਸੀ,
ਉੱਥੇ ਮੇਰੇ ਮਤਲਬ ਇਹਨੇ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਮੇਰੇ ਪੇਕੇ ਸ਼ਾਦੀ ਕਰਾਤੀ ਇਹਨੇ। ਉਹਦਾ ਵੀ ਅਸੀਂ ਬੇਦਖਲ ਕਰਕੇ ਅਸੀਂ ਮਤਲਬ ਉਹਨਾਂ ਵੀ ਉਹ ਰਿਸ਼ਤਾ ਤੋੜਤਾ। ਜਦੋਂ ਫਿਰ ਇਸ ਤਰ੍ਹਾਂ ਕਰਤਾ ਮੈਂ ਇਹਨਾਂ ਨੂੰ ਕਿਹਾ ਵੀ ਅਸੀਂ ਇੱਥੇ ਨਹੀਂ ਰੱਖਣਾ, ਜੇ ਉਹਦੇ ਨਾਲ ਕਰ ਸਕਦੀ ਆ ਤੇ ਮੇਰੀ ਬੇਟੀ ਨਾਲ ਕੀ ਕਰ ਨਹੀਂ ਕਰ ਸਕਦੀ। ਉਦੋਂ ਫਿਰ ਸਾਡਾ ਆਉਣਾ ਜਾਣਾ ਨਹੀਂ ਸੀ, ਜ਼ਿਆਦਾ ਵੀ ਨਹੀਂ ਸੀ ਮਤਲਬ। ਹੁਣ ਵੀ ਜੇ ਕਿਤੇ ਆਉਂਦੇ ਸੀ ਜਿਵੇਂ ਆ ਗਏ ਚਲੇ ਗਏ ਇਹ ਆ ਉਹ ਆ, ਪਰ ਜਦੋਂ ਮੇਰੇ ਘਰ ਦੇ ਵਿੱਚ ਆਉਂਦੀ ਵੀ ਸੀਗੀ ਪਰ ਮੈਨੂੰ ਫਿਰ ਵੀ ਉਹ ਤੋਂ ਡਰ ਲੱਗਦਾ ਸੀ ਵੀ ਮੇਰੀ ਬੇਟੀ ਮੇਰੀ ਆ, ਇਹ ਅਲੱਗ ਨੇ, ਵੀ ਇਹ ਕਹਿੰਦੇ ਵੀ ਇਹ ਸਾਡੀ ਕੁਛ ਲੱਗਦੀ ਨਹੀਂ। ਕਿਉਂਕਿ ਦੇਖੋ ਬੇਟਾ ਡਰ ਦਾ ਹੁੰਦਾ ਹੀ ਆ ਵੀ ਜਦੋਂ ਇਹ ਬੱਚੇ ਨੂੰ ਨਹੀਂ ਅਪਣਾ ਸਕਦੇ ਜਾਂ ਮਤਲਬ ਵੀ ਮੈਨੂੰ ਇਹ ਕੁਛ ਵੀ ਕਰ ਸਕਦਾ, ਮੇਰੇ ਬੱਚੇ ਨੂੰ ਕੁਛ ਵੀ ਕਰ ਸਕਦੇ। ਨੌ ਵੱਲੋਂ ਲੜਾਈ ਝਗੜਾ ਕਿਸ ਗੱਲ ਨੂੰ ਲੈ ਕੇ ਕੀਤਾ ਜਾਂਦਾ ਸੀ? ਵੰਡ ਵੰਡਾਈ ਨੂੰ, ਹਿੱਸੇ ਨੂੰ, ਜਾਂ ਕੋਈ ਹੋਰ ਗੱਲ ਨੂੰ ਲੈ ਕੇ ਕੀਤਾ ਜਾਂਦਾ ਸੀ? ਦੇਖੋ ਜੀ ਜਦੋਂ ਇਹਨਾਂ ਦੀ ਮੇਰੇ ਬੇਟੇ ਦੀ ਸ਼ਾਦੀ ਹੋਈ ਸੀ, ਸ਼ਾਦੀ ਦੇ ਵਿੱਚ ਉਹ ਪ੍ਰੈਗਨੈਂਟ ਹੋ ਗਈ। ਪ੍ਰੈਗਨੈਂਟ ਹੋਈ ਤਾਂ ਉਹਨਾਂ ਦਿਨਾਂ ਦੇ ਵਿੱਚ ਮਤਲਬ ਮੇਰੀ ਜਿਹੜੀ ਬੇਟੀ ਇੱਥੇ ਪੜ੍ਹਦੀ ਸੀ ਉਹ ਮਤਲਬ ਚਲੀ ਗਈ, ਇੱਥੇ ਉਹਨੇ ਵਿਆਹ ਕਰਾਉਣਾ ਸੀ। ਇੱਕ ਦਿਨ ਪਹਿਲਾਂ ਇਹ ਚਲੀ ਗਈ, ਦੂਜੇ ਤੀਜੇ ਨੂੰ ਉਹ ਚਲੀ ਗਈ। ਜਦੋਂ ਚਲੀ ਗਈ ਜੀ ਫਿਰ ਉਸ ਤੋਂ ਬਾਅਦ ਇਹਨੇ ਜਦੋਂ ਵਿਦਾ ਕਰ ਗੁਰਪ੍ਰਾਈ ਕੀਤੀ ਤੇ ਮੁੰਡੇ ਦੇ ਕੱਪੜੇ ਵੀ ਨਾਲ ਹੀ ਲੈ ਕੇ ਚਲੀ ਗਈ ਸੀ। ਵੀ ਮਤਲਬ ਮੁੰਡਾ ਸਾਡੇ ਕੋਲ ਜਦ ਤੱਕ ਡਿਲੀਵਰੀ ਹੋਈ ਮੁੰਡਾ ਆਇਆ ਨਹੀਂ। ਫਿਰ ਅਸੀਂ ਫੋਨ ਕਰਕੇ ਸੱਦਿਆ ਵੀ ਬੇਟੀ ਆਈ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਜਾਣੀ ਮੁੰਡਾ ਵੀ ਉਸ ਟਾਈਮ ਨਹੀਂ ਸੀ। ਫਿਰ ਜਦ ਤੱਕ ਸਾਡੀ ਕੋਰਟ ਇਨਕੁਆਇਰੀ ਚੱਲਦੀ ਰਹੀ ਉਹਨਾਂ ਚਿਰ ਮੁੰਡਾ ਸਾਡੇ ਕੋਲ ਨਹੀਂ ਆਇਆ। ਫਿਰ ਉਹਦਾ 6 ਮੰਥ ਦਾ ਜਿਹੜਾ ਡਿਲੀਵਰੀ ਰਿਪੋਰਟ ਹੋ ਗਈ ਸੀ, ਫਿਰ ਬੱਚਾ ਸਾਡਾ ਉੱਥੇ ਹੀ ਰਿਹਾ। ਮੈਨੂੰ ਕਦੇ ਫੋਨ ਨਹੀਂ ਸੀ ਕੀਤਾ, ਮੈਨੂੰ ਕਦੇ ਆਏ ਨਹੀਂ ਸੀ, ਜਾਣੀ ਇਹ ਮੁੰਡਾ ਉਹਦੇ ਨਾਲ ਹੀ ਚਲੇ ਗਿਆ। ਜਦੋਂ ਤਾਲਮੇਲ ਤੁਹਾਡੇ ਨਾਲ ਘਟਾਤਾ? ਘੱਟ ਗਿਆ ਸੀ ਜਦੋਂ ਚਲਿਆ ਗਿਆ। ਫਿਰ ਮੈਂ ਕਿਹਾ ਵੀ ਔਖੇ ਟਾਈਮ ਮੈਂ ਵੀ ਆਉਣਾ ਜਾਣਾ। ਫਿਰ ਇਹਦੇ ਫਾਦਰ ਦੀ ਡੈਥ ਹੋਈ, ਫਿਰ ਅਸੀਂ ਜਾ ਕੇ ਆਏ, ਜੋ ਵੀ ਕਰਨਾ ਸੀ ਉਹ ਕੀਤਾ। ਉਸ ਤੋਂ ਬਾਅਦ ਜੀ ਫਿਰ ਸਾਨੂੰ ਤਾਂ ਪਹਿਲਾਂ ਹੀ ਦੁੱਖ ਬਹੁਤ ਸੀ ਵੀ ਸਾਡੀ ਬੇਟੀ ਨੇ ਆਪਣੀ ਮਰਜ਼ੀ ਨਾਲ ਸ਼ਾਦੀ ਕਰਾ ਲਈ, ਮੇਰੇ ਪੇਕੇ ਕਰਾ ਲਈ। ਬਹੁਤ ਮੇਰੇ ਖੁਦ ਦੇ ਪੇਕੇ ਆਪਣਾ ਬੱਚਾ ਵਿਆਹ ਕਰਾਏ ਮਾਮੇ ਦੇ ਘਰ ਜਾ ਕੇ, ਉਹ ਵੀ ਬਹੁਤ ਵੱਡੀ ਮੈਨੂੰ ਤਕਲੀਫ ਸੀ ਕਿਉਂਕਿ ਉਹ ਬੇਟੀ ਨੇ ਕਿਹਾ ਕਿ ਮੈਂ ਕਰਾਉਣੇ ਵਾਲੀ ਨਹੀਂ ਸੀ, ਮੈਨੂੰ ਇਹਨੇ ਕਰਾਇਆ ਸਾਰਾ ਕੁਛ। ਉਸ ਤੋਂ ਬਾਅਦ ਮੈਂ ਕਿਹਾ ਵੀ ਮੈਂ ਬੱਚੇ ਨੂੰ ਇੱਥੇ ਹੀ ਰੱਖਣਾ, ਵੀ ਜਿੱਥੇ ਤੋਂ ਹੈਗਾ ਅਲੱਗ ਲੈ ਕੇ ਦੇ ਦਿਓ ਵੀ ਉਹ ਆ। ਫਿਰ ਸਾਡੇ ਪੰਚਾਇਤੀ ਮੈਂਬਰ ਨੇ ਸਾਰੇ ਨੇ ਇਕੱਠ ਕਰਕੇ ਸਾਡਾ ਫੈਸਲਾ ਕਰਤਾ ਵੀ ਮਤਲਬ ਤੁਸੀਂ ਕੀ ਕਰਨਾ ਚਾਹੁੰਦੇ ਹੋ। ਅਸੀਂ ਕਿਹਾ ਵੀ ਅਸੀਂ ਇੱਥੇ ਨਹੀਂ ਰੱਖ ਸਕਦੇ, ਵੀ ਐਡਾ ਵੱਡਾ ਹਾਸਾ ਹੋ ਗਿਆ, ਵੀ ਇਹਨੂੰ ਤੁਸੀਂ ਸਾਡੇ ਪਿੰਡ ਜਗ੍ਹਾ ਪਈ ਆ ਵੀ ਅਸੀਂ ਬਣਾ ਦਾਂਗੇ। ਉੱਥੇ ਮੈਂ 2 ਸੈਟ ਰੂਮ ਬਣਾ ਕੇ ਮੀਟਰ ਫੀ ਲਵਾ ਕੇ ਲੈਟਰੀਨ ਬਾਥਰੂਮ ਸਾਰਾ ਕੁਝ ਤਿਆਰ ਕਰਕੇ ਅਸੀਂ ਉਹਨੂੰ ਜੀ ਕੰਪਲੀਟ ਕਰਕੇ ਦੇਤਾ। ਕੰਪਲੀਟ ਕਰਨ ਤੋਂ ਬਾਅਦ ਜਿਹੜੀ ਪਹਿਲੀ ਪੰਚਾਇਤ ਆਈ ਸੀ, ਇਹਦੀ ਪੰਚਾਇਤ ਦੇ ਸਾਹਮਣੇ ਸਾਡੀ ਇਹ ਸੀ ਵੀ ਅਸੀਂ 3 ਮਹੀਨੇ 'ਚ ਮਕਾਨ ਪਾ ਕੇ ਦੇ ਦਾਂਗੇ। ਅਸੀਂ ਇਹਨਾਂ ਨੂੰ 50 ਦਿਨਾਂ ਦੇ ਵਿੱਚ ਇਹਨਾਂ ਕੰਪਲੀਟ ਕਰਕੇ ਅਸੀਂ ਮਕਾਨ ਦੇ ਦਾਂਗੇ। ਜਦੋਂ ਫਿਰ ਦੁਬਾਰੇ ਉਹਦੇ ਵਿੱਚ ਅਸੀਂ ਮੰਨ ਗਏ, ਫਿਰ ਜਦੋਂ ਦੁਬਾਰੇ ਪੰਚਾਇਤ ਲੈ ਕੇ ਆਈ ਆ ਉਸ ਤੋਂ ਬਾਅਦ ਵੀ ਉਹ ਮਤਲਬ ਕਾਫੀ ਲੋਕਾਂ ਨੂੰ ਲੈ ਕੇ ਆਈ, ਸਾਨੂੰ ਇੱਥੇ ਡਰਾਇਆ ਧਮਕਾਇਆ। ਲੁਧਿਆਣੇ ਤੋਂ ਲੇਡੀਜ਼ ਨੂੰ ਬੁਲਾਉਣ ਵਾਸਤੇ ਲੈ ਕੇ ਆਈ, ਕਾਫੀ ਮਤਲਬ ਬੋਲੇ, ਉਹ ਵੀ ਪੰਚਾਇਤ ਸੀ ਤੇ ਕਾਫੀ ਬੋਲ ਚੱਲ ਕੇ ਵੀ ਮਤਲਬ ਇਹ ਕਰੋ, ਸਾਨੂੰ ਇਹ ਕਰੋ, ਅਸੀਂ ਉਹ ਕਰੋ। ਜਿਹੜਾ ਮਕਾਨ ਬਣਾਇਆ ਖਰਚ ਸਾਰਾ ਤੁਸੀਂ ਕੀਤਾ ਕਿ ਬੇਟੇ ਨੇ ਵੀ ਬਾਹਰੋਂ ਭੇਜੇ? ਕਿਉਂਕਿ ਬੇਟਾ ਬਾਹਰ ਸੀ। ਬੇਟਾ ਤਾਂ ਉਦੋਂ ਬਾਅਦ ਬਾਹਰ ਗਿਆ ਜੀ। 1 ਸਾਲ ਮੇਰੀ ਮੁੰਡੇ ਬੇਟੇ ਦੇ ਵਿਆਹ ਹੋਏ ਨੂੰ ਹੋਏ ਨਹੀਂ ਸੀ। 4 ਫਰਵਰੀ ਦਾ ਮੇਰੇ ਬੇਟੇ ਦਾ ਵਿਆਹ ਸੀ ਤੇ ਨਵੰਬਰ ਦੇ ਵਿੱਚ ਮੈਂ ਵਿਦਾ ਕਰਕੇ ਭੇਜਿਆ ਕੁੜੀ। ਨਵੰਬਰ ਵਿੱਚ ਉਹ ਕੁੜੀ ਨੇ ਸ਼ਾਦੀ ਕਰਾਈ ਆ। ਨਵੰਬਰ, ਦਸੰਬਰ, ਜਨਵਰੀ, ਫਰਵਰੀ, ਫਿਰ ਇਹ ਮਤਲਬ ਉਦੋਂ ਬਾਅਦ ਆਏ, ਇਹਦੇ ਪਾਪਾ ਛੁੱਟੀ ਆਏ। ਬਸ ਉਦੋਂ ਬਾਅਦ ਅਸੀਂ ਮੈਂ ਕਿਹਾ ਵੀ ਉਹ ਆ ਗਏ ਤੇ ਮੈਂ ਫਿਰ ਲੋਕ ਵਗੈਰਾ ਬੰਦ ਕਰਤਾ। ਮੈਂ ਕਿਹਾ ਵੀ ਇੱਥੇ ਨਹੀਂ ਰਹਿ ਸਕਦੇ, ਕੁਛ ਵੀ ਕਰ ਸਕਦੀ ਹੈ, ਮਤਲਬ ਗੁੱਸੇ ਦੇ ਵਿੱਚ ਸਾਨੂੰ ਵੀ ਕੁਛ ਕਰ ਸਕਦੇ ਆ। ਇਹ ਉਦੋਂ ਜੋਬ ਕਰਦੇ ਸੀ। ਅਸੀਂ ਫਿਰ ਉਹਦੇ ਬਾਅਦ ਸਾਰਿਆਂ ਨੂੰ ਦਰਵਾਜ਼ੇ ਨੂੰ ਲੋਕ ਕਰਕੇ ਫਿਰ ਇਹਨੇ ਆਪਦੀ ਮੰਮੀ ਨੂੰ ਫੋਨ ਲਾਇਆ। ਮੈਂ ਇੱਧਰ ਸਾਡੇ ਮੇਰੀ ਨਣਦ ਰਹਿੰਦੀ, ਉਹਦੇ ਘਰੇ ਰਹਿੰਦੀ ਸੀ, ਮੈਂ ਕੁਛ ਟੱਕਣ ਆਈ ਸੀ। ਇਹਨੇ ਆਪਦੀ ਮੰਮੀ ਨੂੰ ਫੋਨ ਲਾਇਆ। ਇਹਦੀ ਮੰਮੀ ਨੇ ਇਹਨੂੰ ਇਹ ਕਿਹਾ ਵੀ ਥੋੜ੍ਹੀ ਜਿਹੀ ਅੱਗ ਲਾ ਕੇ ਤੂੰ ਬਾਹਰ ਆ ਜਾ, ਵੀ ਆਪੇ ਫੜੇ ਜਾਣਗੇ, ਵੀ ਤੇਰਾ ਸਹੁਰਾ ਨੌਕਰੀ 'ਤੇ ਚਲਾ ਗਿਆ, ਮੁੰਡਾ ਤੁਸੀਂ ਮੇਰੇ ਵੀ ਇਹ ਮਾਮਾ ਧੀਆਂ ਆਪੇ ਅੰਦਰ ਚਲੇ ਜਾਣਗੇ, ਤੂੰ ਅੱਗ ਲਾ ਕੇ ਬਾਹਰ ਆ ਜਾ। ਇਹਨੇ ਆਪਣਾ ਫੋਨ ਜਿਹੜਾ ਹੈਂਡ ਫੋਨ ਸੀ ਉਹ ਫ੍ਰੀ ਕੀਤਾ ਹੋਇਆ ਸੀਗਾ। ਉਹ ਸੁਣ ਕੇ ਫਿਰ ਮੈਂ ਆਪਣੀ ਰਸੋਈ ਨੂੰ ਵੀ ਲੋਕ ਲਾਤਾ ਸੀ। ਤੁਸੀਂ ਗੱਲ ਕਰਦੇ ਸੀ ਕਿ ਇਹ ਬੇਟੀ ਦੀ ਜਿਹੜੀ ਕਤਲ ਦੀ ਸ਼ੁਰੂਆਤ ਸੀ, ਪੜਾਅ ਦਰ ਪੜਾਅ ਹੋਰ ਬਹੁਤ ਕੁਝ ਕੀਤਾ ਜਾਣਾ ਸੀ, ਜਾਲ ਬੁਣਿਆ ਗਿਆ ਸੀ। ਕੀ ਗੱਲ ਕਰਦੇ ਸੀ ਤੁਸੀਂ? ਕਹਿੰਦੇ ਸਾਡਾ ਵੀ ਕਤਲ ਹੋ ਜਾਣਾ ਸੀ, ਤੁਸੀਂ ਸ਼ੱਕ ਜ਼ਾਹਰ ਕਰਦੇ ਸੀ। ਸਾਨੂੰ ਦੇਖੋ ਜੀ ਮੇਰੀ ਗੱਲ ਸੁਣੋ, ਜਦੋਂ ਕੋਈ ਬੰਦਾ ਗੰਦਾ ਘਰ ਦੇ ਵਿੱਚ ਆ ਜਾਓ ਕੁਛ ਵੀ ਕਰ ਸਕਦਾ। ਇੱਕ ਤਾਂ ਮੁੰਡਾ ਜੋਬ ਨਹੀਂ ਕਰਦਾ ਸੀ, ਪ੍ਰਾਈਵੇਟ ਜੋਬ ਸੀ ਮੁੰਡੇ ਦੀ। ਹੁਣ ਮਲੇਸ਼ੀਆ ਵੀ ਜਾ ਕੇ ਆਇਆ, ਉੱਥੋਂ ਉਹਨੇ ਕੁਛ ਨਹੀਂ ਬਣਾਇਆ। ਇੱਥੇ ਵੀ ਮਤਲਬ ਉਹਨਾਂ ਕੋਲੇ ਕੁਛ ਹੈ ਨਹੀਂ ਸੀ ਪੈਸਾ। ਕਦੇ ਮਗਰੇ 20,000 ਕੇਰਾ ਮੰਗਾ ਦਿੱਤਾ ਸੀ, 30,000 ਕੇਰਾ ਵੀ ਦਿੱਤਾ ਸੀ, ਉਹ ਵੀ ਦਿੱਤਾ। 15 ਕੁ ਦਿਨ ਦੀ ਗੱਲ ਆ। ਉਸ ਤੋਂ ਬਾਅਦ ਮੇਰੇ ਬੇਟੇ ਨੇ ਮੇਰੀ ਬੇਟੀ ਨੂੰ WhatsApp ਕੀਤਾ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਗੇ, ਤੂੰ ਟਿਊਸ਼ਨ ਵਗੈਰਾ ਪੜ੍ਹਾਉਣੀ ਆ, ਤੇਰੇ ਕੋਲ ਜੇ 2,000 ਰੁਪਈਆ ਮੈਨੂੰ PTM ਕਰ ਦੇ। ਮੇਰੀ ਬੇਟੀ ਨੇ ਫਿਰ ਮੇਰੇ ਨਾਲ ਗੱਲ ਕੀਤੀ ਵੀ ਮੇਰੇ ਬ੍ਰਦਰ ਦਾ ਫੋਨ ਆਇਆ, ਡੈਡੀ ਵੀ ਇੱਦਾਂ ਕਰਕੇ ਪੈਸੇ ਹੈ ਨਹੀਂ। ਫਿਰ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ, ਪੈਸੇ ਹੈ ਨਹੀਂ, ਜੇ ਤੈਨੂੰ ਉਹਨਾਂ ਨੇ ਕਿਹਾ ਸੀ ਦੇ ਦਿੱਤੇ ਪੈਸੇ। ਬਸ ਮੁੰਡੇ ਨਾਲ ਤਾਂ ਵਧੀਆ, ਮੁੰਡੇ ਦਾ ਸਾਡਾ ਕੋਈ ਉਹ ਨਹੀਂ ਸੀਗਾ, ਮੁੰਡੇ ਦਾ ਵੀ ਵਧੀਆ ਸੀ ਮੇਰੀ ਬੇਟੀ ਨੇ। ਬਸ ਇਹ ਜੋ ਕੀਤਾ ਬਹੂ ਨਹੀਂ ਕੀਤਾ ਸਾਰਾ ਕੁਛ। ਹੁਣ ਤਾਂ ਸਾਰੇ ਸਾਹਮਣੇ ਆ ਗਏ, ਮੀਡੀਆ ਵਾਲੇ ਸਾਰਾ ਕੁਛ ਹੀ ਕਰਤਾ। ਅੰਕਲ ਜੀ, ਜਦੋਂ ਸਾਰੀ ਇਹ ਘਟਨਾ ਹੋਈ ਤੁਸੀਂ ਬਾਹਰ ਸੀ, ਆ ਕੇ ਦੇਖਿਆ ਬੇਟੀ ਲੇਟੀ ਪਈ ਸੀ, ਲੈ ਕੇ ਗਏ ਡਾਕਟਰ ਦੇ, ਪਰ ਸਾਰਾ ਕੁਝ ਹੋਇਆ, ਬੇਟੀ ਨਹੀਂ ਬਚੀ।
ਪਰ ਘਰ ਦੇ ਸਮਾਨ ਦੀ ਕੋਈ ਹਲਚਲ ਹੋਈ, ਕੋਈ ਸਮਾਨ ਤਾਂ ਨਹੀਂ ਨਾ ਚੱਕਿਆ ਗਿਆ ਘਰੋਂ? ਦੇਖੋ ਜੀ, ਜਿਸ ਸਮੇਂ ਬੱਚੀ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਉਸੇ ਹੀ ਕਮਰੇ ਦੇ ਅੰਦਰ ਅਲਮਾਰੀ ਪਈ ਹੈ। ਅਲਮਾਰੀ ਦੇ ਇੱਕ ਥੱਲੇ ਲੋਕਰ ਹੈ। ਲੋਕਰ ਤੋੜਿਆ, ਚਾਬੀ ਨਾਲ ਖੋਲ੍ਹਿਆ ਗਿਆ, ਜਿਹਦੇ ਵਿੱਚੋਂ ਪੂਰਾ ਸੋਨਾ, ਕੁਝ ਹੋਰ ਆਈਟਮ, ਘੜੀ ਵਗੈਰਾ ਸੀ, ਉਹ ਸਭ ਨਿਕਾਲ ਕੇ ਫਰਾਰ ਹੋ ਗਿਆ। ਇਹ ਉਹਨੂੰ ਪਤਾ ਸੀ ਕਿ ਇੱਥੇ ਇੰਨਾ ਚੀਜ਼, ਇੰਨਾ ਪੈਸਾ, ਇੰਨਾ ਸੋਨਾ ਕੁਝ ਪਿਆ ਸੀ? ਤੇ ਪਤਾ ਹੀ ਸੀਗਾ, ਤਾਂ ਹੀ ਉਹ ਲੈ ਕੇ ਗਈ ਹੈ। ਤੋੜਿਆ, ਖੋਲ੍ਹਿਆ। ਕਿੱਥੇ ਲੈ ਕੇ ਗਈ ਜੀ ਉਹ ਸਾਰਾ ਕੁਝ? ਇੱਥੋਂ ਲੈ ਗਈ ਆ, ਕਿੱਥੇ ਲਿਜਾ ਕੇ ਰੱਖਿਆ, ਕੀ ਕੀਤਾ ਉਹਨੇ? ਦੇਖੋ, ਉਹ ਲੈ ਕੇ ਗਈ ਆ, ਇੱਥੋਂ ਤਾਂ ਹੁਣ ਸਾਨੂੰ ਕੀ ਪਤਾ, ਲੇਕਿਨ ਜਦੋਂ ਬਰਾਮਦ ਹੋਇਆ ਉਸ ਦੀ ਮਾਂ ਕੋਲੋਂ, ਔਰ ਉਹ ਜੋ ਉਹਦਾ ਪ੍ਰੇਮੀ ਜਸਵਾਲ ਦਾ, ਉਹਦੇ ਕੋਲੋਂ, ਪ੍ਰਸ਼ਾਸਨ ਨੇ ਸਾਨੂੰ ਪੂਰਾ ਉਸ ਦਾ ਵਜਨ ਕਰਕੇ ਸਾਨੂੰ ਦਿਖਾ ਕੇ ਬਰਾਮਦੀ ਕਰ ਲਈ ਗਈ ਹੈ। ਉਸ ਦੇ ਬੱਚੇ ਨੂੰ ਵੀ ਅਸੀਂ ਸੈਂਟਰ ਸਕੂਲ ਦੇ ਵਿੱਚ ਫ੍ਰੀ ਐਡਮਿਸ਼ਨ ਦਵਾਈ। 12ਵੀਂ ਕਲਾਸ ਤੱਕ ਉਹ ਬਿਲਕੁਲ ਫ੍ਰੀ ਪੜ੍ਹੂਗਾ। ਗੌਰਮੈਂਟ ਨੂੰ ਬੁੱਕਸ ਵਗੈਰਾ ਸਭ ਮਿਲਣਗੀਆਂ। ਅਗਰ ਸਾਨੂੰ ਇਹੋ ਜਿਹੀਆਂ ਚੀਜ਼ਾਂ ਦਾ ਪਤਾ ਹੁੰਦਾ ਤਾਂ ਅਸੀਂ ਇਹ ਕੰਡੇ ਕਾਹਨੂੰ ਬੀਜਦੇ, ਅਸੀਂ ਪਹਿਲੇ ਹੀ ਦੂਰ ਰੱਖਦੇ। ਲੇਕਿਨ ਨਹੀਂ, ਸਾਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਇੱਥੇ ਤੱਕ ਸਾਨੂੰ ਇਹ ਪਹੁੰਚਾ ਦੇਣਗੇ। ਲੇਕਿਨ ਸਾਡਾ ਬੇਟਾ, ਸਾਡੇ ਆਂਢ ਗੁਆਂਢ ਨੂੰ ਪੁੱਛ ਕੇ ਦੇਖ ਲਓ, ਸਾਡੇ ਰਿਸ਼ਤੇਦਾਰੀ ਨੂੰ ਪੁੱਛ ਕੇ ਦੇਖ ਲਓ, ਬੇਟੇ 'ਚ ਇੱਕ ਰੱਤੀ ਭਰ ਦਾ ਵੀ ਕੋਈ ਸਾਨੂੰ, ਸਾਡੇ ਬੰਨਿਓ ਕੋਈ ਉਹਨੂੰ ਨਹੀਂ ਸੀ। ਅੰਕਲ ਜੀ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ, ਤੁਸੀਂ ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਰਹੇ ਹੋ। ਸਾਡਾ ਪੰਜਾਬ ਕੀ ਪੂਰਾ ਦੇਸ਼ ਬਚਾਉਣ ਦੀ ਗੱਲ ਕੀਤੀ ਆ, ਰਾਖੀ ਕੀਤੀ ਆ, ਕਮਾਂਡ ਕੀਤੀ ਆ, ਤੁਸੀਂ ਕੈਪਟਨ ਰਹੇ ਹੋ ਫੌਜ ਦੇ ਵਿੱਚ। ਐਡੀ ਵੱਡੀ ਕਮਾਂਡ ਕਰਨੀ ਬਹੁਤ ਔਖੀ ਹੁੰਦੀ ਹੈ। ਬਹੁਤ ਵੱਡਾ ਤੁਹਾਡਾ ਉੱਚਾ ਅਹੁਦਾ ਸੀ, ਉੱਚੀ ਪਦਵੀ ਸੀ, ਤੁਸੀਂ ਆਪਣੇ ਘਰ ਦੀ ਰਾਖੀ ਖੁਦ ਨਹੀਂ ਕਰ ਸਕੇ। ਦੇਖੀਏ, ਘਰ ਦੀ ਰਾਖੀ ਕਰਨਾ ਬਹੁਤ ਔਖਾ ਹੈ। ਘਰ ਦੇ ਵਿੱਚ ਅਸੀਂ 3 ਜਾਂ 4 ਹੀ ਮੈਂਬਰ ਹਾਂ, ਲੇਕਿਨ ਹਰ ਇੱਕ ਦੇ ਮਿਜਾਜ ਆਪੋ ਆਪਣੇ। ਬੱਚੇ ਅੱਗੇ ਰਿਸ਼ਤੇਦਾਰੀ ਆ ਜਾਂਦੀ ਹੈ, ਜਿਸ ਨੇ ਸਾਰਿਆਂ ਨਾਲ ਹਰੇਕ ਆਦਮੀ ਦੇ ਅਸੀਂ ਕੰਟਰੋਲ ਨਹੀਂ ਕਰ ਸਕਦੇ, ਕਿਉਂ? ਇਹ ਸਾਡਾ ਸਮਾਜਿਕ ਏਰੀਆ ਹੈ। ਗੌਰਮੈਂਟ ਦੇ ਅੰਦਰ ਸਾਡੇ ਕੋਲ ਸਿਰਫ ਸਾਡੀ ਆਪਣੀ ਪਾਵਰ ਹੈ। ਸਾਡੇ ਅੰਡਰ ਜੋ ਸੁਪਰਵਿਜ਼ਨ ਦੇ ਅੰਡਰ ਜੋ ਲੋਕ ਕੰਮ ਕਰ ਰਹੇ ਆ, ਜਵਾਨ ਕੰਮ ਕਰ ਰਹੇ ਆ, ਉਹਨਾਂ ਨੂੰ ਸੰਭਾਲਣਾ ਬਹੁਤ ਆਸਾਨ ਚੀਜ਼ ਹੈ, ਕਿਉਂ? ਹੁਕਮ ਦੇ ਬੱਧੇ ਹੋਏ ਹੈ। ਸਾਡੇ ਪਿੰਡਾਂ ਦੇ ਲੋਕਾਂ ਨੂੰ ਕਿਹੜਾ ਹੁਕਮ, ਕੀ ਹੁਕਮ ਦਈਏ ਅਸੀਂ? ਜੇ ਬੱਚੇ ਨੂੰ ਕਹਿੰਦੇ ਆ ਤਾਂ ਬੱਚਾ ਅੱਗਿਓਂ ਭੱਜ ਕੇ ਪਊ। ਜੇ ਕਈ ਬਾਰ ऐसा भी आपने भी देखा होगा, टीवी ऑपरेटर आप कर रहे हैं, आपने भी देखा होगा कि ਕਦੇ ਔਰਤ ਆਦਮੀ ਨੂੰ ਭੱਜ ਕੇ ਪੈਂਦੀ ਹੈ ਜਾਂ ਭੈਣ ਭਾਈ ਨੂੰ ਭੱਜ ਕੇ ਪੈਂਦਾ। ਉੱਥੇ ਕੰਟਰੋਲ ਕੀ ਕਰਨਾ? ਕੁਛ ਹੋ ਸਕਦਾ? ਤੁਹਾਨੂੰ ਲੱਗਿਆ ਨਹੀਂ ਸੀ ਕਿ ਇੱਕ ਵਾਰ ਉਹਨਾਂ ਨੂੰ ਅਲੱਗ ਕਰਤਾ ਵੀ ਇਸ ਤਰ੍ਹਾਂ ਦੀ ਹਰਕਤ ਕਰ ਸਕਦੇ ਆਪਾਂ, ਇੱਕ ਵਾਰ ਬਿਲਕੁਲ ਨਾਤਾ ਤੋੜ ਦਈਏ ਉਹਨਾਂ ਨਾਲੋਂ? ਦੇਖਿਓ, ਬਿਲਕੁਲ ਨਾਤਾ ਟੁੱਟਿਆ ਹੋਇਆ ਸੀ। 5 ਸਾਲ ਅਸੀਂ ਬਿਲਕੁਲ ਵੀ ਨਹੀਂ ਆਪਸ ਵਿੱਚ ਮਿਲੇ। ਮੇਰੇ ਛੋਟੇ ਬ੍ਰਦਰ ਦੀ ਡੈਥ ਹੋਣੇ 'ਤੇ, ਉਹ ਹਿੱਸੋਵਾਲਾ ਰਹਿੰਦਾ ਸੀ, ਡੈਥ ਹੋਣੇ 'ਤੇ ਜਾਣਾ ਤਾਂ ਅਸੀਂ ਸੀਗਾ ਹੀ, ਕਿਉਂ? ਭਰਾ ਤਾਂ ਮਿਲਦਾ ਥੋੜ੍ਹਾ। ਤਾਂ ਉੱਥੇ ਗਏ, ਲੜਕਾ ਮੇਰਾ ਬਾਹਰ ਗਿਆ ਹੋਇਆ ਸੀ, ਇਹ ਉੱਥੇ ਸੀਗੀ ਨੂੰਹ ਸਾਡੀ। ਨੂੰਹ ਨੇ ਸਾਡੇ ਨਾਲ ਉਸ ਸਮੇਂ ਵਰਤੀਰਾ ਠੀਕ ਕਰਨੇ ਤੋਂ ਬਾਅਦ ਆਪਣੇ ਪੈਰੀਂ ਹੱਥ ਲਾਏ। ਇਹਨਾਂ ਨੂੰ ਤਾਂ ਤੀਸਰੇ ਦਿਨ ਬੁਲਾਇਆ ਗਿਆ, ਲੇਕਿਨ ਮੇਰੇ ਕੋਲ ਉਸੇ ਦਿਨ ਹੀ ਪੈਰੀਂ ਹੱਥ ਲਾਏ। ਔਰ ਸਾਡਾ ਵੀ ਫਰਜ਼ ਬਣਦਾ, ਸਮਾਜ ਦੇ ਵਿੱਚ ਬੈਠੇ ਹਾਂ ਤਾਂ ਬੱਚੇ ਨੇ ਅਗਰ ਪੈਰੀਂ ਹੱਥ ਲਾਇਆ ਤਾਂ ਉਹਦੇ ਕੰਧੇ 'ਤੇ ਹੱਥ ਰੱਖਣਾ, ਸਿਰ 'ਤੇ ਹੱਥ ਰੱਖਣਾ ਸਾਡਾ ਫਰਜ਼ ਬਣਦਾ ਹੈ। ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਨਹੀਂ ਪਤਾ ਲੱਗਿਆ ਕਿ ਵੀ ਇਹ ਬਿਮਾਰੀ ਕੀ ਹੈ, ਕਿੱਥੇ ਤੱਕ ਇਹ ਪਹੁੰਚ ਸਕਦੇ ਆ, ਕੀ ਨਹੀਂ ਪਹੁੰਚ ਸਕਦੀ। ਤੁਹਾਡੀ ਸ਼ਰੀਫੀ ਤੇ ਜਿਹੜਾ ਇਹ ਘਰ ਤਾਂ ਤੁਹਾਡਾ ਢਹਿ ਢੇਰੀ ਹੋਇਆ ਨਾ, ਤੁਸੀਂ ਤੁਹਾਡੀ ਨਿਮਰਤਾ ਤੇ ਸ਼ਰੀਫੀ ਕਾਰਨ ਦੋਨੇ ਪਾਸੋਂ ਤੁਹਾਡਾ ਨੁਕਸਾਨ ਹੋਇਆ। ਬੇਟੀ ਚਲੀ ਗਈ, ਨੂੰਹ ਜੇਲ੍ਹ ਗਈ। ਕੋਈ ਇਹੋ ਜਿਹੀ ਨਿਮਰਤਾ ਵਾਲੀ ਗੱਲ ਨਹੀਂ ਹੈ। ਗਈ ਆ ਉਹ ਠੀਕ ਹੈ, ਨੂੰਹ ਚਲੀ ਗਈ, ਉਹਨੇ ਐਸਾ ਕਰਮ ਚੱਕਿਆ, ਆਪਣਾ ਕਦਮ ਚੁੱਕਿਆ, ਤਦ ਉਹ ਆਪਣੇ ਕੀਤੇ ਦੇ ਭੁਗਤ ਰਹੀ ਹੈ।
ਔਰ ਭੁਗਤੂਗੀ ਅਗਰ ਪ੍ਰਸ਼ਾਸਨ ਸਾਡਾ ਸਹੀ ਸਾਡੀ ਮਦਦ ਕਰੂਗਾ। ਕਿਸ ਤਰ੍ਹਾਂ ਦੀ ਸਜ਼ਾ ਦੀ ਮੰਗ ਕਰਦੇ ਹੋ? ਕਿਸ ਤਰ੍ਹਾਂ ਕਹਿੰਦੇ ਹੋ ਕਿ ਧੀ ਨੂੰ ਜਿਹੜਾ ਇਨਸਾਫ ਮਿਲੇ? ਫਾਂਸੀ ਫਾਂਸੀ ਚਾਹੀਦੀ ਜੀ। ਤਾਂ ਦਰਸ਼ਕੋ, ਇਹ ਮਾਂ ਉਸ ਧੀ ਦੀ, ਬਲਵੀਰ ਕੌਰ ਦੀ, ਜੇ ਕਹਿੰਦੀ ਹੈ ਕਿ ਸਾਡੀ ਨੂੰਹ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਉਸਨੇ ਇਸ ਧੀ ਦਾ ਕਤਲ ਕੀਤਾ। ਬੇਗੁਨਾਹ ਸੀ, ਪਰਿਵਾਰ ਇਸ ਘਰ ਤੋਂ ਚਲਾ ਗਿਆ, ਰਿਸ਼ਤੇਦਾਰੀ 'ਚ ਗਿਆ, ਕੈਮਰੇ ਦੀ ਅੱਖ ਨੇ ਫੜ ਲਿਆ। ਬੇਸ਼ੱਕ ਉਹ ਆਪਣੇ ਤਰੀਕੇ ਕੰਮ ਕਰਕੇ ਚਲੇ ਗਏ, ਪਰ ਕਾਨੂੰਨ ਨੇ ਦੇਖਣਾ ਇਹ ਦੋਸ਼ੀ ਹੈ ਜਾਂ ਨਹੀਂ। ਪਰ ਅੱਜ ਕੈਮਰੇ ਦੀ ਅੱਖ ਨੇ ਫੜ ਲਏ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਤਾਂ ਦਰਸ਼ਕੋ, ਇਹ ਸੀ ਭਾਰਤੀ ਫੌਜ 'ਚੋਂ ਰਿਟਾਇਰ ਹੋਏ ਕੈਪਟਨ ਮੇਵਾ ਸਿੰਘ ਤੇ ਉਸ ਦੀ ਪਤਨੀ ਬਲਵਿੰਦਰ ਕੌਰ, ਜਿਨ੍ਹਾਂ ਨੇ ਦੱਸਿਆ ਕਿ ਸਾਡੀ ਘਰ ਦੀ ਗੈਰ ਮੌਜੂਦਗੀ 'ਚ ਸਾਡੀ ਧੀ ਬਲਵੀਰ ਕੌਰ ਦਾ ਕਤਲ ਸਾਡੀ ਨੂੰਹ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਭੋਰਾ ਵੀ ਇਲਮ ਨਹੀਂ ਸੀ ਕਿ ਸਾਡੀ ਧੀ ਦਾ ਕਤਲ ਸਾਡੀ ਨੂੰਹ ਵੱਲੋਂ ਕੀਤਾ ਗਿਆ, ਕਿਉਂਕਿ ਸਾਡੀ ਧੀ ਦੇ ਅੰਤਮ ਸੰਸਕਾਰ ਦੇ ਸਾਰੇ ਕਿਰਿਆਕਰਮ ਸਾਡੀ ਨੂੰਹ ਵੱਲੋਂ ਨਾਲ ਕਰਵਾਏ ਗਏ। ਤਾਂ ਦੂਜੇ ਪਾਸੇ ਕਾਤਲਾਂ ਦੀ ਪੈੜ ਦੱਬਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ। ਕਾਰਵਾਈ ਦੌਰਾਨ ਪੁਲਿਸ ਨੇ ਇਸ ਘਰ ਦੇ ਇਰਦ-ਗਿਰਦ ਲੱਗੇ ਸਾਰੇ ਕੈਮਰੇ ਦੀ ਸੀਸੀਟੀਵੀ ਫੋਟੋਜ਼ ਚੈੱਕ ਕੀਤੀ ਤਾਂ ਉਸ ਵਿੱਚ ਪਾਇਆ ਗਿਆ ਕਿ ਚਰਨਜੀਤ ਕੌਰ ਤੇ ਉਸ ਦਾ ਪ੍ਰੇਮੀ ਹਰਜੀਤ ਸਿੰਘ ਇਸ ਪੂਰੀ ਵਾਰਦਾਤ ਤੋਂ ਬਾਅਦ ਇਸ ਘਰ ਤੋਂ ਜਾਂਦੇ ਦਿਖਾਈ ਦਿੰਦੇ ਨੇ। ਤਾਂ ਪੁਲਿਸ ਨੇ ਚਰਨਜੀਤ ਕੌਰ ਤੇ ਉਸ ਦੇ ਪ੍ਰੇਮੀ ਹਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਦੂਜੇ ਪਾਸੇ ਮਾਂ ਵੱਲੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਸਾਡੀ ਧੀ ਨੂੰ ਇਨਸਾਫ ਤੇ ਸਾਡੇ ਮਨ ਨੂੰ ਸ਼ਾਂਤੀ ਤਦ ਮਿਲੇਗੀ ਜਦ ਅਦਾਲਤ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇਗੀ। ਸੋ ਦਰਸ਼ਕੋ, ਅੱਜ ਲਈ ਬਸ ਇੰਨੇ। ਜੇਕਰ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹਾ ਮਸਲਾ ਹੁੰਦਾ ਜੋ ਅਸੀਂ ਜਨਤਕ ਕਰ ਸਕਦੇ ਹਾਂ ਜਾਂ ਉਸ ਮਸਲੇ ਨੂੰ ਹੱਲ ਵੱਲ ਜਾ ਸਕਦੇ ਹਾਂ, ਜਾਂ ਤੁਹਾਡੇ 'ਚ ਹੈ ਕੋਈ ਵੱਖਰਾ ਕਰ ਦਿਖਾਉਣ ਦਾ ਜਜ਼ਬਾ, ਜਾਂ ਹੈ ਤੁਹਾਡੇ 'ਚ ਕੋਈ ਟੈਲੈਂਟ, ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ 9872 83334। ਇੱਕ ਵਾਰ ਫਿਰ ਨੰਬਰ ਨੋਟ ਕਰੋ 9872 83334। ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਧੰਨਵਾਦ।